ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਭਾਰਤ ਵਰਸ਼ ਪੁਰਾਤਨ ਸਮਿਆਂ ਤੋਂ ਹੀ ਰਿਸ਼ੀਆਂ ਮੁਨੀਆਂ ਜੋਗੀ ਸਾਧੂ ਸੰਨਿਆਸੀਆਂ ਦੀ ਧਰਤੀ ਰਿਹਾ ਹੈਗਾ। ਇਸ ਧਰਤੀ ਦੇ ਅੰਦਰ ਅਨੇਕਾਂ ਰਿਸ਼ੀ ਮੁਨੀ ਮਹਾਤਮਾ ਗੁਰੂ ਸੰਤ ਪੀਰ ਹੋਏ ਆ ਔਰ ਇਸ ਹੀ ਭਾਰਤ ਵਰਸ਼ ਦੇ ਅੰਦਰ ਕਦੇ ਕੋਈ ਸਮਾਂ ਸੀਗਾ ਜਦੋਂ ਇਹਨਾਂ ਰਿਸ਼ੀਆਂ ਮੁਨੀਆਂ ਦੇ ਪਾਸ ਅਨੇਕ ਤਰ੍ਹਾਂ ਦੀਆਂ ਵਿੱਦਿਆ ਹੁੰਦੀਆਂ ਸੀ ਅਤੇ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਵਿਦਿਆਰਥੀ ਹੁੰਦੇ ਸੀ ਰਿਸ਼ੀਆਂ ਮੁਨੀਆਂ ਦੇ ਆਸ਼ਰਮਾਂ ਦੇ ਵਿੱਚ ਪੜ੍ਹਦੇ, ਉਹਨਾਂ ਨੂੰ ਇਹ ਯੋਗ ਵਿੱਦਿਆ ਸਿਖਾਈ ਜਾਂਦੀ ਸੀ। ਪਰ ਸਮੇਂ ਦੇ ਹਿਸਾਬ ਦੇ ਨਾਲ ਹੌਲੀ ਹੌਲੀ ਇਹ ਜਿਹੜੀ ਵਿੱਦਿਆ ਸੀਗੀ ਇਹ ਲੁਪਤ ਹੁੰਦੀ ਗਈ, ਕਿਉਂਕਿ ਇਸ ਦਾ ਕਾਰਨ ਇੱਕ ਮੇਨ ਸੀ ਕਿ ਇਹਦੇ ਵਾਸਤੇ ਕੋਈ ਯੋਗ ਪਾਤਰ ਨਹੀਂ ਸੀ ਮਿਲਦੇ। ਇਸ ਕਰਕੇ ਜਿਹੜੇ ਰਿਸ਼ੀ ਮੁਨੀ ਇਹਨਾਂ ਮਹਾਨ ਵਿੱਦਿਆਵਾਂ ਦੇ ਗਿਆਤਾ ਸੀਗੇ, ਇਹ ਵਿੱਦਿਆ ਉਸ ਸਮੇਂ ਦੇ ਨਾਲ ਆਪਣੇ ਸਰੀਰਾਂ ਦੇ ਨਾਲ ਹੀ ਆਪਣੇ ਪਰਲੋਕ ਦੇ ਵਿੱਚ ਲੈ ਕੇ ਚਲੇ ਗਏ। ਇਸ ਕਰਕੇ ਅੱਜ ਬਹੁਤ ਘੱਟ ਐਸੇ ਸਾਧੂ ਸੰਤ ਮਹਾਤਮਾ ਹੈਗੇ ਆ ਜਿਨ੍ਹਾਂ ਦੇ ਪਾਸ ਇਹ ਵਿੱਦਿਆ ਪਾਈ ਜਾਂਦੀ ਆ। ਸੋ ਇਹੋ ਜਿਹੇ ਸਾਧੂ ਮਹਾਤਮਾ ਸੰਤਾਂ ਦੇ ਵਿੱਚੋਂ ਅੱਜ ਦਾਸ ਇੱਕ ਐਸੀ ਵਿੱਦਿਆ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈ ਜਿਸ ਵਿੱਦਿਆ ਨੂੰ ਅਸੀਂ ਕਾਇਆ ਕਲਪ ਦੀ ਵਿੱਦਿਆ ਆਖਦੇ ਹਾਂ। ਕਾਇਆ ਕਲਪ ਭਾਵ ਕੀ ਆ ਕਿ ਆਪਣੇ ਸਰੀਰ ਦੇ ਵਿੱਚੋਂ ਆਤਮਾ ਕੱਢ ਕੇ ਕਿਸੇ ਮੁਰਦੇ ਦੇ ਸਰੀਰ ਦੇ ਵਿੱਚ ਦਾਖਲ ਕਰ ਦੇਣੀ। ਇਹ ਵੀ ਇੱਕ ਕਲਾ ਜਿਹੜੀ ਆ ਉਹ ਪੁਰਾਤਨ ਸਮਿਆਂ ਦੀ ਆ, ਜਿਹੜੀ ਅੱਜ ਕਿਸੇ ਬਹੁਤ ਘੱਟ ਮਹਾਤਮਾ ਦੇ ਅੰਦਰ ਪਾਈ ਜਾਂਦੀ ਆ। ਪਰ ਇਹ ਵਿੱਦਿਆ ਅਜੇ ਵੀ ਜਿਉਂਦੀ ਆ। ਇਹਦੀ ਇੱਕ ਜਿਹੜੀ ਜਿਉਂਦੀ ਜਾਗਦੀ ਸਮੇਂ ਦੇ ਹਿਸਾਬ ਦੇ ਨਾਲ ਜੋ ਵਰਤੋਂ ਹੈਗੀ ਆ ਉਹ ਇੱਕ ਮਹਾਤਮਾ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਸਾਂਝੀ ਕੀਤੀ। ਸੋ ਉਹ ਜਿਹੜੇ ਮਹਾਤਮਾ ਸੀ ਦੱਸਦੇ ਸੀਗੇ ਕਿ ਇੱਕ ਸਾਧੂ ਸੰਤ ਮਹਾਤਮਾ ਬਨਾਰਸ ਰਹਿੰਦੇ ਸੀਗੇ। ਇਹ ਜਿਹੜੇ ਸਾਧੂ ਸੰਤ ਮਹਾਤਮਾ ਬਨਾਰਸ ਰਹਿੰਦੇ ਸੀ, ਇਹਨਾਂ ਦੇ ਪਾਸ ਇਹ ਕਾਇਆ ਕਲਪ ਦੀ ਵਿੱਦਿਆ ਹੁੰਦੀ ਸੀ। ਕਹਿੰਦੇ ਵੀ ਮੈਂ ਉਸ ਮਹਾਤਮਾ ਦੇ ਪਾਸ 1.5 ਸਾਲ ਰਿਹਾ ਅਤੇ 1.5 ਸਾਲ ਅਸੀਂ ਭਰਮਣ ਕੀਤਾ। ਉਹ ਜਿਹੜੇ ਮਹਾਤਮਾ ਸਾਧੂ ਸੀ ਬੜੇ ਬਿਰਧ ਸੀਗੇ। ਕਹਿੰਦੇ ਉਹ ਸਾਨੂੰ ਇਹ ਦੱਸਦੇ ਹੁੰਦੇ ਸੀਗੇ ਕਿ ਕੋਈ ਵੀ ਮਨੁੱਖ ਆਪਣੇ ਸਰੀਰ ਦੇ ਵਿੱਚੋਂ ਆਤਮਾ ਕੱਢ ਕੇ ਕਿਸੇ ਮੁਰਦੇ ਦੇ ਸਰੀਰ ਦੇ ਵਿੱਚ ਪਾ ਸਕਦਾ ਹੈਗਾ। ਇਹ ਜਿਹੜੀ ਵਿੱਦਿਆ ਹੈਗੀ ਆ, ਇਸ ਵਿੱਦਿਆ ਦਾ ਪਾਤਰ ਨਾ ਹੋਣ ਕਰਕੇ ਇਹ ਜਿਹੜੀ ਵਿੱਦਿਆ ਹੈਗੀ ਆ ਇਹ ਬਹੁਤ ਘੱਟ ਸੰਤਾਂ ਮਹਾਤਮਾ ਦੇ ਅੰਦਰ ਪਾਈ ਜਾਂਦੀ ਆ। ਪਰ ਜਿਹੜੇ ਦੇ ਪਾਸ ਸਾਧੂ ਸੰਤ ਮਹਾਤਮਾ ਹੁੰਦੇ ਆ ਉਹ ਇਸ ਵਿੱਦਿਆ ਨੂੰ ਦੇਣ ਵਾਸਤੇ ਕਿਸੇ ਯੋਗ ਸ਼ਿਸ਼ ਦੀ ਭਾਲ ਦੇ ਵਿੱਚ ਹਮੇਸ਼ਾ ਲੱਗੇ ਰਹਿੰਦੇ ਆ। ਫਿਰ ਮਹਾਤਮਾ ਕਹਿੰਦੇ ਸੀ ਕਿ ਮੈਂ ਉਹ ਜਿਹੜੇ ਬਿਰਧ ਮਹਾਤਮਾ ਸੀ ਉਹਨਾਂ ਨੂੰ ਪੁੱਛਿਆ ਕਿ ਆਪ ਦਾ ਵੀ ਸਰੀਰ ਬਿਰਧ ਹੋ ਚੁੱਕਾ ਹੈਗਾ, ਕੀ ਇਹ ਵਿੱਦਿਆ ਤੋਂ ਅਸੀਂ ਆਪਣੇ ਸਰੀਰ ਦੀ ਕਾਇਆ ਕਲਪ ਵਾਸਤੇ ਵਰਤ ਸਕਦੇ ਹਾਂ? ਫਿਰ ਕਹਿੰਦੇ ਮਹਾਤਮਾ ਮੈਨੂੰ ਕਹਿਣ ਲੱਗੇ ਕਿ ਹਾਂ, ਮੈਨੂੰ ਤਲਾਸ਼ ਹੈਗੀ ਆ ਕਿਸੇ ਐਸੇ ਸਰੀਰ ਦੀ ਜਿਸ ਸਰੀਰ ਦੇ ਵਿੱਚ ਮੈਂ ਆਪਣੀ ਜਿਹੜੀ ਰੂਹ ਹੈਗੀ ਉਹ ਦਾਖਲ ਕਰਕੇ ਇੱਕ ਨਵਾਂ ਸਰੀਰ, ਇੱਕ ਨਵਾਂ ਜੀਵਨ ਮੁੜ ਤੋਂ ਸ਼ੁਰੂ ਕਰ ਸਕਾਂ। ਉਸ ਤੋਂ ਬਾਅਦ ਫਿਰ ਮਹਾਤਮਾ ਕਹਿੰਦੇ ਸੀਗੇ ਕਿ ਮੈਂ ਇਹਨਾਂ ਮਹਾਤਮਾ ਦੇ ਨਾਲ ਬਨਾਰਸ ਤੋਂ ਕਹਿੰਦੇ ਜਿਉਂ ਤੁਰਿਆ ਭਰਮਦਾ ਇੱਧਰ ਇਲਾਹਾਬਾਦ ਦੇ ਲਾਗੇ ਜਾਇਆ। ਇਲਾਹਾਬਾਦ ਤੋਂ ਅੱਗੇ ਫਿਰ 50 ਕਿਲੋਮੀਟਰ ਕਹਿੰਦੇ ਨਦੀ ਦੇ ਕਿਨਾਰੇ ਗੰਗਾ ਘਾਟ ਦੇ ਜਦੋਂ ਅਸੀਂ ਤੁਰਦੇ ਗਏ ਅਤੇ ਇੱਕ ਜਗ੍ਹਾ ਕੀ ਦੇਖਿਆ ਕਿ ਇੱਕ ਜਿਹੜਾ ਕੋਈ ਮੁਰਦਾ ਸੀਗਾ ਹੈ ਨਾ, ਉਹ ਮੁਰਦਾ ਜਿਹੜਾ ਸੀਗਾ ਇੱਕ ਲੜਕਾ ਸੀਗਾ। ਇਹ ਜਿਹੜਾ ਲੜਕਾ ਸੀਗਾ ਤਕਰੀਬਨ ਬਿਲਕੁਲ ਯੰਗ ਅਵਸਥਾ ਦਾ ਸੀਗਾ ਅਤੇ ਕਹਿੰਦੇ ਵੀ ਉਹਦੀ ਜਿਹੜੀ ਡੈੱਡ ਬੋਡੀ ਸੀਗੀ ਉਹ ਗੰਗਾ ਨਦੀ ਦੇ ਵਿੱਚ ਕਹਿੰਦੇ ਉਹ ਰੁੜਦੀ ਆ ਰਹੀ ਸੀ। ਜਦੋਂ ਕਹਿੰਦੇ ਰੁੜਦੀ ਆ ਰਹੀ ਸੀ ਤਾਂ ਕਹਿੰਦੇ ਉਸੇ ਹੀ ਬਿਰਧ ਮਹਾਤਮਾ ਦੀ ਨਜ਼ਰ ਜਾਸ ਉਹ ਉਸ ਮੁਰਦੇ ਦੇ ਉੱਤੇ ਪਈ ਅਤੇ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਇਸ ਤਰ੍ਹਾਂ ਕਰ, ਆ ਜਿਹੜੀ ਲਾਸ਼ ਰੁੜਦੀ ਆ ਰਹੀ ਆ ਨਾ, ਇਸ ਨੂੰ ਫੜ ਕੇ ਬਾਹਰ ਲੈ ਕੇ ਆ। ਕਹਿੰਦੇ ਵੀ ਮੈਂ ਜਦ ਗੰਗਾ ਕਿਨਾਰੇ ਦੇ ਵਿੱਚ ਗਿਆ, ਉਹ ਜਿਹੜੀ ਰੁੜਦੀ ਆ ਰਹੀ ਲਾਸ਼ ਇੱਕ ਬਾਲਕ ਦੀ ਸੀ, ਉਸ ਨੂੰ ਫੜ ਕੇ ਗੰਗਾ ਘਾਟ ਦੇ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ। ਜਦ ਕਹਿੰਦੇ ਬਾਹਰ ਰੱਖਿਆ ਅਤੇ ਕਹਿੰਦੇ ਵੀ ਅਸੀਂ ਕੀ ਦੇਖਿਆ ਕਿ ਉਸ ਦੇ ਸਰੀਰ ਨੂੰ ਥੋੜ੍ਹਾ ਮੱਛੀਆਂ ਨੇ ਖਾਧਾ ਹੋਇਆ ਸੀਗਾ ਅਤੇ ਇੰਝ ਪ੍ਰਤੀਤ ਹੁੰਦਾ ਸੀਗਾ ਵੀ ਉਹ ਲੜਕੇ ਦੀ ਜਿਹੜੀ ਮੌਤ ਆ ਤਕਰੀਬਨ 10-15 ਦਿਨ ਪਹਿਲਾਂ ਹੀ ਹੋਈ ਆ ਅਤੇ 10-15 ਦਿਨ ਤੋਂ ਬਾਅਦ ਇਸ ਦੀ ਜਿਹੜੀ ਡੈੱਡ ਬੋਡੀ ਹੈ ਇਹਨੂੰ ਪਾਣੀ ਦੇ ਵਿੱਚ ਵਹਾ ਦਿੱਤਾ ਗਿਆ ਹੈਗਾ। ਫਿਰ ਕਹਿੰਦੇ ਮੈਨੂੰ ਮਹਾਤਮਾ ਨੇ ਆਦੇਸ਼ ਦਿੱਤਾ ਵੀ ਇਸ ਤਰ੍ਹਾਂ ਕਰੋ, ਇਸ ਦੀ ਜਿਹੜੀ ਸਾਰੀ ਬੋਡੀ ਆ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਕਹਿੰਦੇ ਫਿਰ ਮੈਂ ਉਸ ਲੜਕੇ ਦੀ ਬੋਡੀ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਅਤੇ ਜਿੱਥੇ ਜਿੱਥੇ ਵੀ ਕਹਿੰਦੇ ਜ਼ਖਮ ਸੀਗੇ, ਅੱਖਾਂ, ਨੱਕ, ਕੰਨ, ਹਰੇਕ ਜਗ੍ਹਾ ਦੇ ਉੱਤੇ ਕਹਿੰਦੇ ਵੀ ਮੈਂ ਜਿੱਥੇ ਜਿੱਥੇ ਵੀ ਉਹਦੇ ਗੰਦਗੀ ਲੱਗੀ ਸੀ ਪੂਰੀ ਤਰ੍ਹਾਂ ਗੰਗਾ ਜਲ ਦੇ ਨਾਲ ਧੋ ਕੇ ਬਿਲਕੁਲ ਸਾਫ਼ ਕਰ ਦਿੱਤਾ। ਜਦੋਂ ਕਹਿੰਦੇ ਉਹ ਬੋਡੀ ਪੂਰੀ ਤਰ੍ਹਾਂ ਸਾਫ਼ ਹੋਈ ਆ, ਉਹ ਸਾਫ਼ ਬੋਡੀ
ਕਰਨ ਤੋਂ ਬਾਅਦ ਕਹਿੰਦੇ ਮਹਾਤਮਾ ਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਕਰੋ, ਇਸ ਬੋਡੀ ਨੂੰ ਇਸ ਗੰਗਾ ਘਾਟ ਦੇ ਉੱਤੇ ਇੱਕ ਪਾਸੇ ਲਿਟਾ ਦਿਓ। ਕਹਿੰਦੇ ਮੈਂ ਬੋਡੀ ਚੱਕੀ ਆ, ਗੰਗਾ ਘਾਟ ਦੇ ਉੱਪਰ ਰੇਤਾ ਦੇ ਉੱਤੇ ਉਹ ਬੋਡੀ ਜਿਹੜੀ ਸੀ ਇੱਕ ਪਾਸੇ ਲਿਟਾਤੀ। ਫਿਰ ਕਹਿੰਦੇ ਉਸੇ ਹੀ ਮੇਰੇ ਬਿਰਧ ਮਹਾਤਮਾ ਨੇ ਆਪਣੀ ਝੋਲੀ ਦੇ ਵਿੱਚੋਂ 4 ਲੱਕੜਾਂ ਕੱਢੀਆਂ। ਇਹ ਜਿਹੜੀਆਂ 4 ਲੱਕੜਾਂ ਸੀਗੀਆਂ ਕਹਿੰਦੇ ਚੰਦਨ ਦੀਆਂ ਸੀਗੀਆਂ। ਤੇ ਫਿਰ ਕਹਿੰਦੇ ਉਹ 4 ਲੱਕੜਾਂ ਉਹਨੇ ਕੱਢ ਕੇ ਤੇ ਉਸ ਬੋਡੀ ਦੇ ਕਹਿੰਦੇ ਆਲੇ ਦੁਆਲੇ ਉਹ 4 ਲੱਕੜਾਂ ਜਿਹੜੀਆਂ ਕੱਲੀਆਂ ਕਰਕੇ ਗੱਡ ਦਿੱਤੀਆਂ। ਗੱਡਣ ਤੋਂ ਬਾਅਦ ਫਿਰ ਕਹਿੰਦੇ ਵੀ ਉਹਨੇ ਆਪਣੀ ਝੋਲੀ ਦੇ ਵਿੱਚੋਂ ਸੂਤ ਕੱਢਿਆ। ਸੂਤ ਕੱਢ ਕੇ ਉਹ 4 ਲੱਕੜੀਆਂ ਦੇ ਨਾਲ ਕਹਿੰਦੇ ਵੀ ਉਹਨੇ ਉਹ ਸੂਟ ਨੂੰ ਬੰਨ੍ਹਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕਹਿੰਦੇ ਬੰਨ੍ਹਦੇ ਮੈਂ ਕੀ ਦੇਖਿਆ ਕਿ ਉਹਨੇ ਕੁਛ ਮੂੰਹ ਦੇ ਵਿੱਚ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਮੰਤਰ ਪੜ੍ਹਦੇ ਤਕਰੀਬਨ ਕਹਿੰਦੇ ਵੀ 108 ਵਾਰ ਉਸ ਬੋਡੀ ਦੇ ਦੁਆਲੇ ਜਿਹੜੀਆਂ ਲੱਕੜਾਂ ਗੱਡੀਆਂ ਸੀ ਉਹਦੇ ਆਲੇ ਦੁਆਲੇ ਕਹਿੰਦੇ ਉਹ ਸੂਤ ਬੰਨ੍ਹਦਾ ਗਿਆ। ਸੂਤ ਬੰਨ੍ਹਣ ਤੋਂ ਬਾਅਦ ਕਹਿੰਦੇ ਫਿਰ ਮੈਨੂੰ ਕਹਿਣ ਲੱਗਾ ਵੀ ਦੇਖ, ਮੈਂ ਤੇਰੇ ਵਾਸਤੇ ਇੱਕ ਕਾਰ ਕਰ ਦਿੱਤੀ ਆ ਤੇ ਤੂੰ ਇਸ ਕਾਰ ਦੇ ਵਿੱਚ ਬਹਿ ਜਾਣਾ। ਹੁਣ ਮੈਂ ਜਿਹੜਾ ਮੇਰਾ ਬਿਰਧ ਸਰੀਰ ਆ ਜਿਹੜਾ ਫਟ ਚੁੱਕਾ ਹੈਗਾ, ਇਹਦੇ ਵਿੱਚੋਂ ਮੈਂ ਆਪਣੀ ਆਤਮਾ ਕੱਢ ਕੇ ਇਸ ਸਰੀਰ 'ਚ ਦਾਖਲ ਕਰ ਦੇਣੀ ਆ ਤੇ ਤੂੰ ਆਪ ਅੱਖੀਂ ਦੇਖ ਲੈ ਵੀ ਜਿਹੜੀ ਕਾਇਆ ਕਲਪ ਹੈਗੀ ਆ ਉਹ ਕਿਵੇਂ ਕਰਦੇ ਆ। ਕਹਿੰਦੇ ਮੈਂ ਬੈਠ ਗਿਆ। ਉਸ ਤੋਂ ਬਾਅਦ ਕਹਿੰਦੇ ਵੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਇਸ ਤਰ੍ਹਾਂ ਕਰ ਕਿ ਮੇਰੇ ਝੋਲੇ ਦੇ ਵਿੱਚੋਂ ਥੋੜ੍ਹਾ ਹੋਰ ਸੂਤ ਕੱਢ। ਕਹਿੰਦੇ ਵੀ ਮੈਂ ਹੋਰ ਸੂਤ ਕੱਢਿਆ ਤੇ ਮੈਨੂੰ ਕਹਿਣ ਲੱਗਾ ਵੀ ਦੇਖ, ਜਿੱਦਾਂ ਮੈਂ ਕਹੀ ਜਾਂਦਾ ਹੈ ਉਸੇ ਤਰ੍ਹਾਂ ਤੂੰ ਕਰੀ ਜਾਣਾ ਹੈਗਾ। ਫਿਰ ਕਹਿੰਦੇ ਜਿਹੜੇ ਬਿਰਧ ਮਹਾਤਮਾ ਸੀਗੇ ਉਸ ਡੈੱਡ ਬੋਡੀ ਦੇ ਆਲੇ ਦੁਆਲੇ ਜਿਹੜੀਆਂ 4 ਲੱਕੜਾਂ ਕੱਢ ਕੇ ਸੂਤ ਦੇ ਨਾਲ ਬੰਨ੍ਹੀਆਂ ਹੋਈਆਂ ਸੀ ਉਸ ਡੈੱਡ ਬੋਡੀ ਦੇ ਨਾਲ ਹੀ ਕਹਿੰਦੇ ਲੰਮੇ ਪੈ ਗਏ। ਲੰਮੇ ਪੈਣ ਤੋਂ ਬਾਅਦ ਕਹਿੰਦੇ ਮੈਨੂੰ ਮਹਾਤਮਾ ਕਹਿਣ ਲੱਗੇ ਤੂੰ ਇਸ ਤਰ੍ਹਾਂ ਕਰ, ਮੇਰੀ ਝੋਲੀ ਦੇ ਵਿੱਚੋਂ ਇੱਕ ਲੇਜ਼ਰ ਕੱਢ ਤੇ ਉਹਦੇ ਨਾਲ ਮੇਰੇ ਸਾਰੇ ਜਿੰਨੇ ਵੀ ਸਰੀਰ ਦੇ ਵਾਲ ਹਨ ਉਹਨਾਂ ਸਾਰਿਆਂ ਦੀ ਕਟਿੰਗ ਕਰਕੇ ਸਫਾਈ ਕਰ ਦੇ। ਫਿਰ ਉਹ ਮਹਾਤਮਾ ਕਹਿਣ ਲੱਗੇ ਕਿ ਉਹਨਾਂ ਦੇ ਕਹਿਣ ਦੇ ਉੱਤੇ ਮੈਂ ਕਹਿੰਦੇ ਉਹਨਾਂ ਦੀ ਝੋਲੀ ਦੇ ਵਿੱਚੋਂ ਲੇਜ਼ਰ ਕੱਢਿਆ ਤੇ ਕਹਿੰਦੇ ਫਿਰ ਮੈਂ ਜਿਹੜੇ ਸੀ ਉਹਦੇ ਵਾਲ ਸਾਰੇ ਸਰੀਰ ਦੇ ਕੱਟ ਕਰ ਦਿੱਤੇ। ਕੱਟਣ ਤੋਂ ਬਾਅਦ ਫਿਰ ਕਹਿੰਦੇ ਮੈਨੂੰ ਕਹਿਣ ਲੱਗੇ ਕਿ ਇਸ ਤਰ੍ਹਾਂ ਕਰ, ਮੇਰੀ ਝੋਲੀ ਦੇ ਵਿੱਚ ਹੋਰ ਚੰਦਨ ਦੀਆਂ ਲੱਕੜਾਂ ਪਈਆਂ, ਤੂੰ ਇਸ ਤਰ੍ਹਾਂ ਕਰ, ਮੈਂ ਲੰਮਾ ਪਿਆ ਹੁਣ ਮੈਂ ਉੱਠ ਨਹੀਂ ਸਕਦਾ ਤੇ ਤੂੰ ਇੱਕ ਜਿਹੜੀ ਲੱਕੜ ਹੈਗੀ ਆ ਉਹ ਮੇਰੇ ਸਿਰ ਦੇ ਨਾਲ ਦੀ ਬਿਲਕੁਲ ਜੋੜ ਕੇ ਪਿੱਛੇ ਗੱਡ ਦੇ ਤੇ 2 ਲੱਕੜਾਂ ਜਿਹੜੀਆਂ ਹੈਗੀਆਂ ਮੇਰੇ ਪੱਟਾਂ ਦੇ ਨਾਲ ਕਹਿੰਦੇ ਪੂਰੀ ਤਰ੍ਹਾਂ ਉੱਥੇ ਚੰਗੀ ਤਰ੍ਹਾਂ ਗੱਡ ਦੇ। ਕਹਿੰਦੇ ਮੈਂ ਇਸ ਤਰ੍ਹਾਂ ਕੀਤਾ। ਇੱਕ ਜਿਹੜੀ ਲੱਕੜ ਸੀਗੀ ਉਹ ਮਹਾਤਮਾ ਦੇ ਸਿਰ ਦੇ ਨਾਲ ਖਹਿ ਕੇ ਕਹਿੰਦੇ ਗੱਡ ਦਿੱਤੀ। ਉਹ ਲੰਮੇ ਪਏ ਸੀ ਉਸ ਡੈੱਡ ਬੋਡੀ ਦੇ ਨਾਲ। ਤੇ 2 ਲੱਕੜਾਂ ਕਹਿੰਦੇ ਮੈਂ ਹੋਰ ਲਈਆਂ। ਉਹ ਦੋਨੇ ਲੱਕੜਾਂ ਕਹਿੰਦੇ ਵੀ ਮੈਂ ਉਸ ਮਹਾਤਮਾ ਦੇ ਹਿਫਸ ਦੇ ਨਾਲ ਜੋੜ ਕੇ ਕਹਿੰਦੇ ਦੋਨੇ ਜਿਹੜੀਆਂ ਲੱਕੜਾਂ ਸੀਗੀਆਂ ਉੱਥੇ ਗੱਡ ਦਿੱਤੀਆਂ। ਜਦ ਕਹਿੰਦੇ ਗੱਡੀਆਂ ਫਿਰ ਕਹਿੰਦੇ ਮੈਨੂੰ ਮਹਾਤਮਾ ਕਹਿਣ ਲੱਗੇ ਤੂੰ ਇਸ ਤਰ੍ਹਾਂ ਕਰ, ਇਹ ਜਿਹੜਾ ਸੂਤ ਆ ਇਹ ਸੂਤ ਨੂੰ ਇਸ ਡੈੱਡ ਬੋਡੀ ਦੇ ਨਾਲ ਤੇ ਜਿਹੜੀਆਂ ਲੱਕੜਾਂ ਗੱਡੀਆਂ ਇਹਦੇ ਨਾਲ ਘੁਮਾ ਕੇ 108 ਵਾਰ ਬੰਨ੍ਹ, ਔਰ ਜਿਹੜਾ ਤੈਨੂੰ ਮੰਤਰ ਆਉਂਦਾ ਉਸ ਮੰਤਰ ਨੂੰ ਮੂੰਹ ਦੇ ਵਿੱਚ ਜਪਦਾ ਜਾ ਤੇ ਇਸ ਤਰ੍ਹਾਂ ਕਹਿੰਦੇ ਤੂੰ ਬੰਨੀ ਜਾ। ਫਿਰ ਕਹਿੰਦੇ ਮੈਂ ਮਹਾਤਮਾ ਦੇ ਕਹਿਣ ਦੇ ਉੱਤੇ ਕਹਿੰਦੇ ਫਿਰ ਉਹ ਜਿਹੜੇ ਸੂਤ ਕੱਢਿਆ, ਸੂਤ ਨੂੰ ਕੱਢ ਕੇ 108 ਵਾਰ ਕਹਿੰਦੇ ਵੀ ਉਸ ਬੋਡੀ ਦੇ ਨਾਲ ਤੇ ਉਹ ਮਹਾਤਮਾ ਦੇ ਆਲੇ ਦੁਆਲੇ ਕਹਿੰਦੇ ਵੀ ਉਹ ਬੰਨ੍ਹਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕਹਿੰਦੇ ਜਿਹੜੇ ਮਹਾਤਮਾ ਦਾ ਬਿਰਧ ਸਰੀਰ ਸੀਗਾ ਕਹਿੰਦੇ ਵੀ ਜਦੋਂ ਸੂਤ 108 ਵਾਰ ਬੰਨ੍ਹਿਆ ਗਿਆ ਤਾਂ ਫਿਰ ਕਹਿੰਦੇ ਮੈਨੂੰ ਮਹਾਤਮਾ ਕਹਿਣ ਲੱਗੇ ਤੂੰ ਹੁਣ ਇਸ ਤਰ੍ਹਾਂ ਕਰਨੀ ਆ ਕਿ ਮੇਰੇ ਛਾਤੀ ਦੇ ਉੱਤੇ 3 ਵਾਰ ਓਮ 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 ਸ਼ਬਦ ਬੋਲਣਾ ਹੈਗਾ ਤੇ ਇਸ ਤਰ੍ਹਾਂ ਹੱਥ ਮਾਰ ਕੇ 3 ਵਾਰ ਓਮ 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 ਕਹਿ ਕੇ ਤੇ ਤੇਰਾ ਜਿਹੜਾ ਘੇਰਾ ਹੈਗਾ ਸੁਰੱਖਿਆ ਘੇਰਾ ਹੈ ਤੂੰ ਉਹਦੇ ਵਿੱਚ ਬੈਠ ਜਾਣਾ ਹੈਗਾ, ਕਿਸੇ ਤਰ੍ਹਾਂ ਘਬਰਾਉਣਾ ਨਹੀਂ ਹੈਗਾ ਤੇ ਮੈਂ ਜਦ ਤੱਕ ਬਿਲਕੁਲ ਸ਼ਾਂਤ ਹੋ ਜਾਊਂਗਾ, ਚੁੱਪ ਹੋਊਂਗਾ, ਤਦ ਤੱਕ ਤੂੰ ਇਹਦੇ ਵਿੱਚ ਬੈਠੇ ਰਹਿਣਾ ਹੈਗਾ। ਕਹਿੰਦੇ ਵੀ ਇਸ ਤਰ੍ਹਾਂ ਹੋਇਆ ਸੀਗਾ। ਮੈਂ ਕਹਿੰਦੇ ਮਹਾਤਮਾ ਦੇ ਕਹਿਣ ਦੇ ਉੱਤੇ ਉਸੇ ਹੀ ਬਿਰਧ ਬੋਡੀ ਦੇ ਉੱਤੇ 3 ਵਾਰੀ ਕਹਿੰਦੇ ਵੀ ਆਪਣਾ ਜਿਹੜਾ ਹੱਥ ਸੀ ਹੌਲੀ ਹੌਲੀ ਛਾਤੀ 'ਤੇ ਮਾਰਿਆ ਤੇ 3 ਵਾਰੀ ਕਹਿੰਦੇ ਮੈਂ ਸ਼ਬਦ ਓਮ 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 ਆਖਿਆ। ਜਿਉਂ ਕਹਿੰਦੇ 3 ਵਾਰੀ ਸ਼ਬਦ ਓਮ ਓਮ ਆਖਿਆ ਕਹਿੰਦੇ ਵੀ ਉਸੇ ਹੀ ਮਹਾਤਮਾ ਨੇ ਜਿਹੜੀਆਂ ਅੱਖਾਂ ਮੀਟ ਲਈਆਂ ਤੇ ਜਦ ਅੱਖਾਂ ਮੀਟ ਲਈਆਂ ਤਾਂ ਉਹ ਸ਼ਾਂਤ ਹੋ ਗਏ ਤੇ ਮੈਂ ਇਹ ਸਾਰੀ ਕਿਰਿਆ ਕਰਕੇ ਤੇ ਆਪਣਾ ਜਿਹੜਾ ਸੁਰੱਖਿਆ ਕਬਜ਼ ਸੀਗਾ ਉਹਦੇ ਵਿੱਚ ਬੈਠ ਗਿਆ, ਕਿਉਂਕਿ ਉਹ ਮਹਾਤਮਾ ਨੇ ਉਹ ਸੁਰੱਖਿਆ ਕਬਜ਼ ਦੇ ਆਲੇ ਦੁਆਲੇ ਕਹਿੰਦੇ ਗੋਲ ਘੇਰਾ ਬਣਾਇਆ ਸੀ ਤੇ ਮੈਨੂੰ ਕਹਿੰਦਾ ਇਹਦੇ ਵਿੱਚ ਤੁਸੀਂ ਆਰਾਮ ਨਾਲ ਬੈਠ ਜਾਣਾ। ਕਹਿੰਦੇ ਜਦੋਂ ਮੈਂ ਉਹਦੇ ਵਿੱਚ ਬੈਠਾ ਇਹ ਸਾਰੀ ਜਿਹੜੀ ਕਿਰਿਆ ਸੀਗੀ ਦੇਹ ਪ੍ਰਵੇਸ਼ ਵਾਲੀ ਕਹਿੰਦੇ ਵੀ ਅਸੀਂ ਸ਼ਾਮ ਦੇ 8 ਵਜੇ ਤੋਂ ਸ਼ੁਰੂ ਕੀਤੀ ਸੀ ਤੇ ਦਿਨ ਦੇ ਤਕਰੀਬਨ ਕਹਿੰਦੇ ਵੀ ਉਹ 2:30 ਵੱਜ ਗਏ ਸੀਗੇ। ਜਦ ਕਹਿੰਦੇ 2:30 ਵਜੇ ਉਹ ਜਿਹੜੇ ਮਹਾਤਮਾ ਸੀਗੇ ਕਹਿੰਦੇ ਵੀ ਉਹ ਅੱਧਾ ਘੰਟਾ ਤਕਰੀਬਨ ਉੱਥੇ ਲੰਮੇ ਪੈ ਰਹੇ ਉਸੇ ਹੀ ਬਾਲਕ ਦੀ ਡੈੱਡ ਬੋਡੀ ਦੇ ਨਾਲ। ਉਸ ਤੋਂ ਬਾਅਦ ਕਹਿੰਦੇ ਵੀ ਅੱਧੇ ਘੰਟੇ ਬਾਅਦ ਉਹ ਜਿਹੜਾ ਮਰਿਆ ਬਾਲਕ ਡੈੱਡ ਬੋਡੀ ਵਾਲਾ ਸੀਗਾ ਕਹਿੰਦੇ ਵੀ ਉਹ ਜਿਹੜਾ ਸੀਗਾ ਉੱਠ ਕੇ ਬੈਠ ਗਿਆ।
ਜਿਉਂ ਹੀ ਕਹਿੰਦੇ ਉੱਠ ਕੇ ਬੈਠਾ, ਕਹਿੰਦੇ ਵੀ ਫਿਰ ਮਹਾਤਮਾ ਕਹਿਣ ਲੱਗੇ ਵੀ ਚਾਹੇ ਮੈਂ ਸੱਖਿਆ ਕੱਪ ਦੇ ਵਿੱਚ ਬੈਠਾ ਸੀ, ਪਰ ਉਸ ਮਰੇ ਬੱਚੇ ਨੂੰ ਉੱਠਦਾ ਕਹਿੰਦੇ ਮੈਂ ਦੇਖ ਕੇ ਇੱਕ ਵਾਰੀ ਕਹਿੰਦੇ ਮੇਰੇ ਮਨ 'ਚ ਖੌਫ ਜ਼ਰੂਰ ਜਾਗਿਆ। ਜਦੋਂ ਕਹਿੰਦੇ ਉਹ ਖੌਫ ਜ਼ਰੂਰ ਜਾਗਿਆ, ਪਰ ਕਹਿੰਦੇ ਵੀ ਮੈਂ ਆਪਣੇ ਸੱਖਿਆ ਦੇ ਘੇਰੇ ਵਿੱਚ ਬੈਠਾ ਰਿਹਾ। ਉਹ ਕਹਿੰਦਾ ਜਿਹੜਾ ਬਾਲਕ ਸੀਗਾ ਉੱਠਿਆ, ਉੱਠਦੇ ਸਾਰੀ ਕਹਿੰਦੇ ਕੀ ਹੋਇਆ ਕਿ ਜਿੰਨਾ ਵੀ ਜਿਹੜਾ ਆਲੇ ਦੁਆਲੇ ਸੂਤ ਬੰਨ੍ਹਿਆ ਸੀਗਾ ਹੈ ਨਾ, ਉਹ ਆਪਣੇ ਆਪ ਟੁੱਟ ਗਿਆ। ਅਤੇ ਜਦੋਂ ਕਹਿੰਦੇ ਸੂਤ ਟੁੱਟਾ, ਸੂਤ ਟੁੱਟਣ ਤੋਂ ਬਾਅਦ ਸੂਟ ਦੇ ਕਹਿੰਦੇ ਵੀ 4-4 5-5 ਇੰਚ ਦੇ ਛੋਟੇ ਛੋਟੇ ਸਾਰੇ ਟੁਕੜੇ ਬਣ ਗਏ। ਜਿਹੜਾ ਕਹਿੰਦਾ ਲਪੇਟਿਆ ਹੋਇਆ ਸੂਤ ਸੀ ਸਾਰਾ ਟੁੱਟਾ, ਸਾਰਿਆਂ ਦੇ ਕਹਿੰਦੇ ਵੀ 4-4 5-5 ਇੰਚ ਦੇ ਛੋਟੇ ਛੋਟੇ ਟੁਕੜੇ ਜਦ ਬਣੇ ਆ, ਉਸ ਬਾਲਕ ਨੇ ਕਹਿੰਦੇ ਉੱਠ ਕੇ ਕੀ ਕੀਤਾ, ਉਹ ਜਿਹੜੇ ਸਾਰੇ ਟੁੱਟੇ ਹੋਏ ਸੂਤ ਦੇ ਟੁਕੜੇ ਸੀਗੇ ਸਾਰੇ ਇਕੱਠੇ ਕੀਤੇ। ਜਿਹੜੀਆਂ ਲੱਕੜਾਂ ਚੰਦਨ ਦੀਆਂ ਗੱਡੀਆਂ ਸੀ ਉਹ ਵੀ ਕਹਿੰਦੇ ਪੱਟ ਲਈਆਂ, ਅਤੇ ਕਹਿੰਦੇ ਵੀ ਇਹ ਸਾਰੀ ਚੀਜ਼ ਜਿਹੜੀ ਸੀ ਉਹਨੇ ਉਹ ਬਿਰਧ ਬੋਡੀ ਜਿਹੜੀ ਮਹਾਤਮਾ ਦੀ ਸੀ, ਕਹਿੰਦੇ ਵੀ ਉਹਦੇ ਨਾਭੀ ਦੇ ਉੱਤੇ ਉਹ ਕਹਿੰਦੇ ਲੱਕੜੀਆਂ ਰੱਖ ਕੇ ਤਾਂ ਜਿਹੜਾ ਸੂਤ ਸੀ ਕਹਿੰਦੇ ਉਹਦੇ ਉੱਤੇ ਰੱਖ ਦਿੱਤਾ। ਜਦੋਂ ਕਹਿੰਦੇ ਰੱਖਿਆ ਤਾਂ ਫਿਰ ਕਹਿੰਦੇ ਮੈਨੂੰ ਉਹਨੇ ਆਵਾਜ਼ ਮਾਰੀ, ਮੈਨੂੰ ਕਹਿਣ ਲੱਗਾ ਵੀ ਇਸ ਤਰ੍ਹਾਂ ਕਰ ਕਿ ਮੇਰੀ ਥੈਲੀ ਦੇ ਵਿੱਚ ਹੋਰ ਸੂਤ ਪਿਆ ਹੈਗਾ, ਉਹ ਕਹਿੰਦੇ ਵੀ ਸਾਰਾ ਮੈਨੂੰ ਫੜਾ ਦੇ। ਜਦੋਂ ਕਹਿੰਦੇ ਵੀ ਉਹਨੇ ਇਹ ਆਵਾਜ਼ ਮਾਰੀ, ਮੈਂ ਕਹਿੰਦੇ ਕੋਲ ਮੇਰੀ ਸੱਖਿਆ ਕੱਪ ਦੇ ਵਿੱਚ ਥੈਲੀ ਪਈ ਸੀ, ਮੈਂ ਉਸ ਥੈਲੀ ਦੇ ਵਿੱਚੋਂ ਸੂਤ ਕੱਢਿਆ। ਸੂਤ ਕੱਢ ਕੇ ਕਹਿੰਦੇ ਜਦੋਂ ਮੈਂ ਉਸ ਬਾਲਕ ਨੂੰ ਫੜਾਉਣ ਲੱਗਾ ਜਿਹੜਾ ਜਿੰਦਾ ਹੋ ਗਿਆ ਸੀਗਾ, ਅਤੇ ਕਹਿੰਦੇ ਮੇਰੇ ਹੱਥ ਜਿਹੜੇ ਜ਼ਰੂਰ ਇੱਕ ਵਾਰੀ ਕੰਬੇ। ਜਦੋਂ ਕੰਬੇ ਦੇ ਕਹਿੰਦੇ ਉਹ ਬਾਲਕ ਮੈਨੂੰ ਕਹਿਣ ਲੱਗਾ ਵੀ ਭਾਈ ਡਰਦਾ ਕਿਉਂ ਆ, ਮੈਂ ਹੀ ਹਾਂ, ਕੋਈ ਹੋਰ ਨਹੀਂ ਹੈ। ਮੈਂ ਆਪਣੇ ਜਿਹੜੀ ਰੂਹ ਸੀਗੀ ਇਹ ਆਪਣੇ ਬਿਰਧ ਪਿੰਜਰ ਸਰੀਰ ਦੇ ਵਿੱਚੋਂ ਕੱਢ ਕੇ ਇਸ ਮਰੇ ਹੋਏ ਸਰੀਰ ਬੋਡੀ ਜਿਹੜੀ ਲੜਕੇ ਦੀ ਆ ਇਹਦੇ ਵਿੱਚ ਦਾਖਲ ਕਰ ਦਿੱਤੀ ਆ। ਤੈਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਜਿਹੜਾ ਮੇਰਾ ਸਰੀਰ ਸੀ ਉਹ ਫਟਿਆ ਹੋਇਆ ਪੁਰਾਣਾ ਕੱਪੜਾ ਸੀਗਾ, ਉਹ ਮੈਂ ਹੁਣ ਬਦਲ ਦਿੱਤਾ ਹੈਗਾ। ਜਦੋਂ ਕਹਿੰਦੇ ਬਾਲਕ ਨੇ ਮੈਨੂੰ ਇਸ ਤਰ੍ਹਾਂ ਗੱਲ ਕਹੀ, ਕਹਿੰਦੇ ਵੀ ਫਿਰ ਮੇਰੇ ਮਨ ਦੇ ਵਿੱਚ ਹੌਸਲਾ ਆਇਆ। ਫਿਰ ਕਹਿੰਦੇ ਵੀ ਜਿਹੜਾ ਮੈਂ ਉਹਨੂੰ ਸੂਤ ਦਿੱਤਾ ਸੀਗਾ ਸਾਰਾ ਸੂਤ ਕਹਿੰਦੇ ਵੀ ਉਹਨੇ ਉਹ ਜਿਹੜੀ ਬਿਰਧ ਬੋਡੀ ਹੁਣ ਉਹ ਮਹਾਤਮਾ ਦੀ ਜਿਹੜੀ ਪੂਰੀ ਤਰ੍ਹਾਂ ਡੈੱਡ ਹੋ ਚੁੱਕੀ ਸੀ ਉਹਦੇ ਦੁਆਲੇ ਕਹਿੰਦੇ ਬੰਨ੍ਹ ਦਿੱਤਾ, ਲਪੇਟ ਦਿੱਤਾ। ਲਪੇਟਣ ਤੋਂ ਬਾਅਦ ਕਹਿੰਦੇ ਫਿਰ ਉਹ ਮੈਨੂੰ ਕਹਿਣ ਲੱਗਾ ਵੀ ਇਸ ਤਰ੍ਹਾਂ ਕਰ, ਮੇਰੇ ਝੋਲੇ ਦੇ ਵਿੱਚ ਥੋੜ੍ਹੀ ਭਭੂਤੀ ਪਈ ਆ, ਉਹ ਕੱਢ ਕੇ ਮੈਨੂੰ ਦੇ। ਕਹਿੰਦੇ ਕਿ ਜਿਹੜੀ ਉਹ ਝੋਲੇ ਦੇ ਵਿੱਚ ਕੁਛ ਭਭੂਤੀ ਪਈ ਸੀ, ਕਹਿੰਦੇ ਮੈਂ ਕੱਢ ਕੇ ਉਸ ਬਾਲਕ ਦੇ ਹੱਥ ਦੇ ਦਿੱਤੀ। ਕਹਿੰਦੇ ਵੀ ਉਸੇ ਹੀ ਲੜਕੇ ਨੇ ਜਿਹੜੀ ਭਭੂਤੀ ਸੀਗੀ ਆਪਣੇ ਸਰੀਰ ਦੇ ਆਲੇ ਦੁਆਲੇ ਕਹਿੰਦੇ ਸਾਰੇ ਚੰਗੀ ਤਰ੍ਹਾਂ ਮਲ ਲਈ, ਕਿਉਂਕਿ ਉਹਦੇ ਸਰੀਰ ਨੂੰ 15-20 ਥਾਂ ਤੋਂ ਕਹਿੰਦੇ ਮੱਛੀਆਂ ਨੇ ਖਾਧਾ ਹੋਇਆ ਸੀ, ਤਾਂ ਜ਼ਖਮ ਸੀਗੇ ਜਿਹੜੇ ਮੈਂ ਧੋ ਕੇ ਸਾਫ਼ ਕੀਤੇ ਸੀ। ਜਦੋਂ ਕਹਿੰਦੇ ਸਾਰੇ ਸਰੀਰ 'ਤੇ ਉਹਨੇ ਚੰਗੀ ਤਰ੍ਹਾਂ ਭਭੂਤੀ ਮਲ ਲਈ ਅਤੇ ਜ਼ਖਮ ਵੀ ਜਿਹੜੇ ਪੂਰੀ ਤਰ੍ਹਾਂ ਭਭੂਤੀ ਦੇ ਨਾਲ ਢਕੇ ਗਏ, ਅਤੇ ਕਹਿੰਦੇ ਮੈਂ ਕੀ ਦੇਖਿਆ 10 ਮਿੰਟਾਂ ਬਾਅਦ ਉਸ ਦੇ ਜਿਹੜੇ ਜ਼ਖਮ ਸੀਗੇ ਕਹਿੰਦੇ ਉਹ ਪੂਰੀ ਤਰ੍ਹਾਂ ਜਿਹੜਾ ਸੀਗਾ ਉਹ ਸਰੀਰ ਨਰੋਆ ਹੋ ਗਿਆ। ਇੰਝ ਲੱਗਾ ਵੀ ਜਿਵੇਂ ਇਸ ਸਰੀਰ ਦੇ ਅੰਦਰ ਕਦੇ ਕਿਸੇ ਤਰ੍ਹਾਂ ਦਾ ਕੋਈ ਨਾਮ ਨਿਸ਼ਾਨ ਨਾ ਹੋਵੇ। ਕਹਿੰਦੇ ਜਦੋਂ ਇੰਨੀ ਗੱਲ ਹੋਈ ਸੀ ਫਿਰ ਕਹਿੰਦਾ ਉਹ ਬਾਲਕ ਮੈਨੂੰ ਕਹਿਣ ਲੱਗਾ ਵੀ ਚੱਲ ਇਸ ਤਰ੍ਹਾਂ ਕਰਦੇ ਆ, ਹੁਣ ਸਭ ਠੀਕ ਹੈਗਾ, ਅਤੇ ਇਹ ਜਿਹੜੀ ਬਿਰਧ ਬੋਡੀ ਹੈਗੀ ਮੇਰੀ ਪਹਿਲੇ ਵਾਲੀ, ਇਸ ਨੂੰ ਚੱਕ ਕੇ ਆਪਾਂ ਗੰਗਾ ਦੇ ਵਿੱਚ ਬਹਾ ਦਿੰਦੇ ਹਾਂ। ਫਿਰ ਕਹਿੰਦੇ ਉਹ ਤੋਂ ਬਾਅਦ ਮੈਂ ਉੱਠਿਆ, ਉਸੇ ਕਹਿੰਦੇ ਲੜਕੇ ਦੇ ਨਾਲ ਉੱਠ ਕੇ ਕਹਿੰਦੇ ਅਸੀਂ ਉਹ ਬੋਡੀ ਚੱਕ ਕੇ ਕਹਿੰਦੇ ਗੰਗਾ ਜਲ ਦੇ ਵਿੱਚ ਬਹਾ ਦਿੱਤੀ। ਅਤੇ ਮੈਨੂੰ ਕਹਿਣ ਲੱਗੇ ਲੈ ਹੁਣ ਮੇਰਾ ਜਿਹੜਾ ਪਿਛਲਾ ਪੁਰਾਣਾ ਕੱਪੜਾ ਸੀਗਾ ਉਹ ਤੋਂ ਮੇਰਾ ਖਹਿੜਾ ਛੁੱਟ ਗਿਆ ਸੀਗਾ, ਅਤੇ ਹੁਣ ਮੈਂ ਨਵਾਂ ਕੱਪੜਾ ਜਿਹੜਾ ਧਾਰਨ ਕਰ ਲਿਆ ਹੈਗਾ, ਅਤੇ ਹੁਣ ਇਸ ਨਵੇਂ ਕੱਪੜੇ ਦੇ ਨਾਲ ਬਾਕੀ ਜਿਹੜੀ ਮੈਂ ਧਰਮ ਦੀ ਆਪਣੀ ਕਿਰਿਆ ਹੈਗੀ ਕਹਿੰਦੇ ਮੈਂ ਕਰਾਂਗਾ। ਉਸ ਤੋਂ ਬਾਅਦ ਕਹਿੰਦੇ ਵੀ ਇਹ ਜ਼ਿੰਦਗੀ ਦੇ ਵਿੱਚ ਮੇਰਾ ਪਹਿਲਾਂ ਅੱਖੀਂ ਦੇਖਿਆ ਇਹ ਪ੍ਰੈਕਟੀਕਲ ਸੀਗਾ ਕਿ ਕਿਵੇਂ ਕਿਸੇ ਮਹਾਤਮਾ ਨੇ ਆਪਣੀ ਰੂਹ ਕੱਢ ਕੇ ਕਿਸੇ ਮੁਰਦੇ ਸਰੀਰ ਵਿੱਚ ਪਾ ਕੇ ਇੱਕ ਆਪਣੇ ਆਪ ਨੂੰ ਨਵਾਂ ਜੀਵਨ ਦੀ ਦਸ਼ਾ ਦੇ ਦਿੱਤੀ ਸੀ। ਉਸ ਤੋਂ ਬਾਅਦ ਫਿਰ ਮਹਾਤਮਾ ਕਹਿਣ ਲੱਗੇ ਕਿ ਮੈਂ ਉਹਨਾਂ ਮਹਾਤਮਾ ਨੂੰ ਪੁੱਛਿਆ ਸੀਗਾ ਵੀ ਇਹ ਜਿਹੜੀ ਕਾਇਆ ਕਲਪ ਦੀ ਜੋ ਵਿਦਿਆ ਹੈਗੀ ਆ ਕੀ ਤੁਸੀਂ ਕਿਸੇ ਨੂੰ ਦੇ ਸਕਦੇ ਆ? ਤਾਂ ਫਿਰ ਕਹਿੰਦੇ ਮਹਾਤਮਾ ਕਹਿਣ ਲੱਗੇ ਕਿ ਹਾਂ, ਬਾਕੀ ਜਿਵੇਂ ਕਹਿੰਦੇ ਜਿਹੜੀ ਵਿਦਿਆ ਹੈਗੀਆਂ ਸਮਾਂ ਪਾ ਕੇ ਲੁਪਤ ਹੋ ਗਈਆਂ, ਕਿਉਂਕਿ ਉਹਨਾਂ ਨੂੰ ਕੋਈ ਇਹਨਾਂ ਵਿਦਿਆ ਦੇ ਵਾਸਤੇ ਕੋਈ ਯੋਗ ਵਿਅਕਤੀ ਨਹੀਂ ਮਿਲਿਆ। ਅਤੇ ਮੇਰੀ ਵੀ ਤਲਾਸ਼ ਰਹੇਗੀ ਕਿ ਅਗਰ ਕੋਈ ਯੋਗ ਵਿਅਕਤੀ ਹੋਵੇ ਤਾਂ ਉਹਨੂੰ ਇਹ ਵਿਦਿਆ ਦੇਵਾਂ, ਕਿਉਂਕਿ ਅਗਰ ਕੋਈ ਯੋਗ ਵਿਅਕਤੀ ਹੋਵੇਗਾ ਤਾਂ ਉਹ ਇਹਨਾਂ ਵਿਦਿਆ ਦਾ ਦੁਰਉਪਯੋਗ ਕਰ ਸਕਦਾ ਹੈਗਾ, ਅਤੇ ਜਿਹੜੇ ਵਿਅਕਤੀ ਦੁਰਉਪਯੋਗ ਕਰਦੇ ਆ ਤਾਂ ਉਹ ਇਹਨਾਂ ਜਿਹੜੀਆਂ ਬੜੀਆਂ ਦੁਰਲੱਭ ਵਿਦਿਆ ਹੁੰਦੀਆਂ ਹੈ ਇਸ ਦੇ ਮਾਣ ਸਨਮਾਨ ਤੋਂ ਉੱਕੇ ਵਾਂਝੇ ਹੋ ਜਾਂਦੇ ਆ। ਫਿਰ ਕਹਿੰਦੇ ਵੀ ਜਦ ਇਹ ਕਿਰਿਆ ਮੇਰੇ ਨਾਲ ਪਹਿਲੀ ਵਾਰ ਹੋਈ ਸੀ, ਫਿਰ ਉਹ ਮੈਨੂੰ ਮਹਾਤਮਾ ਕਹਿਣ ਲੱਗੇ ਵੀ ਠੀਕ ਆ ਹੁਣ ਮੈਂ ਚੱਲਦਾ ਹੈਗਾ, ਜਿਸ ਜਗ੍ਹਾ ਮੈਂ ਜਾਊਂਗਾ ਕਹਿੰਦੇ ਵੀ ਮੈਂ ਤੈਨੂੰ ਉਹਦਾ ਪਤਾ ਦੱਸੂੰਗਾ। ਫਿਰ ਮਹਾਤਮਾ ਕਹਿਣ ਲੱਗੇ ਵੀ ਇਹ ਜਿਹੜੀ ਕਲਪ ਕਿਰਿਆ ਵਾਲੇ ਮਹਾਂਪੁਰਖਾ ਕਹਿੰਦੇ ਅੱਜ ਕੱਲ੍ਹ ਉਹ ਰਾਜਸਥਾਨ ਦੇ ਇੱਕ ਇਲਾਕੇ ਦੇ ਵਿੱਚ ਰਹਿ ਰਹੇ ਆ, ਅਤੇ ਉਹ ਆਪਣਾ ਆਸ਼ਰਮ ਦੇ ਵਿੱਚ ਆਪਣਾ ਆਸ਼ਰਮ ਚਲਾ ਰਹੇ ਆ।
ਪਰ ਕਹਿੰਦੇ ਵੀ ਮੈਂ ਕਿਤੇ ਕਿਤੇ ਜਾਂਦਾ ਹੁੰਦਾ, ਉਹਨਾਂ ਮਹਾਤਮਾ ਦੇ ਪਾਸ ਉਹਨਾਂ ਦੇ ਦਰਸ਼ਨ ਕਰਦਾ ਹੁੰਦਾ। ਸੋ ਕਹਿਣ ਤੋਂ ਭਾਵ ਇਹ ਆ ਕਿ ਅੱਜ ਵੀ ਭਾਰਤ ਵਰਸ਼ ਦੇ ਅੰਦਰ ਕੁਛ ਐਸੇ ਸਾਧੂ ਸੰਤ ਮਹਾਤਮਾ ਹੈਗੇ ਆ ਜਿਨ੍ਹਾਂ ਦੇ ਪਾਸ ਇੱਕ ਖਾਸ ਚਮਤਕਾਰੀ ਵਿੱਦਿਆ ਹੁੰਦੀਆਂ ਹੈ। ਇਹ ਜਿਹੜੀਆਂ ਵਿੱਦਿਆ ਹੈਗੀਆਂ ਇਹਨਾਂ ਨੂੰ ਅੱਜ ਦੀ ਸਾਇੰਸ ਦੀ ਦੁਨੀਆ ਦੇ ਅੰਦਰ ਬੜੀ ਹੈਰਤ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈਗਾ, ਕਿਉਂਕਿ ਜਿਹੜੀ ਸਾਇੰਸ ਹੈਗੀ ਆ ਉਹ ਭੌਤਿਕਵਾਦੀ ਹੈ। ਭੌਤਿਕ ਪਦਾਰਥਾਂ ਦੇ ਜੋ ਅਸੂਲ ਹੁੰਦੇ ਉਹਦੇ 'ਤੇ ਸਾਇੰਸ ਕੰਮ ਕਰਦੀ ਆ, ਪਰ ਜਿਹੜੀ ਇਹ ਖਾਸ ਕਰਕੇ ਕਲਪਕਾਏ ਦੀ ਵਿੱਦਿਆ ਜਾਂ ਹੋਰ ਵੀ ਅਨੇਕ ਤਰ੍ਹਾਂ ਦੀਆਂ ਵਿੱਦਿਆ ਹੈਗੀਆਂ ਹੈ, ਇਹ ਵਿੱਦਿਆ ਕੇਵਲ ਅਤੇ ਕੇਵਲ ਰੂਹਾਨੀਅਤ ਮਾਰਗ ਦੇ ਜਿਹੜੇ ਮੰਤਰ ਅੰਦਰ ਅਸੀਂ ਜਪਦੇ ਹਾਂ ਉਹਨਾਂ ਦੇ ਵਿੱਚੋਂ ਇਹ ਵਿੱਦਿਆ ਜਿਹੜੀਆਂ ਹੈ ਸੁੱਤੇ ਸਿੱਧ ਪ੍ਰਗਟ ਹੁੰਦੀਆਂ। ਸੋ ਇਹਨਾਂ ਵਿੱਦਿਆ ਦੇ ਜਿਹੜੇ ਗਿਆਤਾ ਮਹਾਤਮਾ ਹੈਗੇ ਆ ਉਹ ਖਾਸ ਕਰਕੇ ਦੁਨਿਆਵੀ ਲੋਕਾਂ ਤੋਂ ਦੂਰ ਰਹਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਦੁਨੀਆ ਦੇ ਲੋਕ ਜਿਹੜੇ ਆ ਇਹਨਾਂ ਵਿੱਦਿਆ ਤੋਂ ਅਣਜਾਣ ਹੁੰਦੇ ਹੋਏ ਵੀ ਇਸ ਵਿੱਦਿਆ ਦੀ ਯੋਗ ਵਰਤੋਂ ਨਹੀਂ ਕਰ ਸਕਦੇ, ਜਾਂ ਇਉਂ ਕਹਿ ਲਓ ਕਿ ਇਹ ਵਿੱਦਿਆ ਬੜੀਆਂ ਦੁਰਲੱਭ ਹੁੰਦੀਆਂ, ਪਰ ਉਹ ਜਿਹੜੇ ਸ਼ਿਸ਼ ਵਿਅਕਤੀ ਇਹਨਾਂ ਵਿੱਦਿਆ ਨੂੰ ਸਾਂਭਣ ਵਾਲੇ ਚਾਹੀਦੇ ਆ ਉਹ ਸੰਸਾਰ ਦੇ ਵਿੱਚ ਬਹੁਤ ਘੱਟ ਹੁੰਦੇ ਆ। ਪਰ ਅਜੇ ਵੀ ਐਸੇ ਮਹਾਤਮਾ ਹੈਗੇ ਆ ਜਿਨ੍ਹਾਂ ਦੇ ਪਾਸ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਸਾਰੀਆਂ ਵਿੱਦਿਆ ਜਿਹੜੀਆਂ ਉਹ ਆਪਣੇ ਪਾਸ ਰੱਖਦੇ ਆ, ਪਰ ਕਿਸੇ ਨੂੰ ਇਹ ਵਿੱਦਿਆ ਜਿਹੜੀਆਂ ਲੋਕ ਦਿਖਾਵੇ ਵਾਸਤੇ ਦੁਨੀਆ ਦੇ ਸਾਹਮਣੇ ਨਹੀਂ ਆਉਂਦੀ। ਕੇਵਲ ਅਤੇ ਕੇਵਲ ਇਹ ਵਿੱਦਿਆ ਉਦੋਂ ਹੀ ਵਰਤਦੇ ਆ ਜਦੋਂ ਇਹਨਾਂ ਦੀ ਖਾਸ ਕਰਕੇ ਜ਼ਰੂਰਤ ਹੋਵੇ। ਜਿਵੇਂ ਉਹ ਮਹਾਤਮਾ ਕਾਫੀ ਬਿਰਧ ਹੋ ਚੁੱਕੇ ਸੀਗੇ ਅਤੇ ਇਸ ਕਰਕੇ ਉਹਨਾਂ ਕੋਲ ਤੁਰ ਵੀ ਨਹੀਂ ਸੀ ਹੁੰਦਾ, ਇਸ ਕਰਕੇ ਉਹਨਾਂ ਨੇ ਆਪਣਾ ਸਰੀਰ ਚੇਂਜ ਕਰਨ ਵਾਸਤੇ, ਜਿਵੇਂ ਇੱਕ ਉਹਨਾਂ ਨੂੰ ਸਰੀਰ ਦੀ ਤਲਾਸ਼ ਸੀਗੀ, ਅਤੇ ਇਹ ਤਲਾਸ਼ ਜਿਹੜੀ ਆ ਉਹਨਾਂ ਦੀ ਉਦੋਂ ਪੂਰੀ ਹੋਈ ਜਦੋਂ ਇੱਕ ਗੰਗਾ ਘਾਟ ਦੇ ਵਿੱਚੋਂ ਇੱਕ ਮ੍ਰਿਤਕ ਜਿਹੜਾ ਲੜਕਾ ਸੀਗਾ ਉਸ ਦੀ ਬੋਡੀ ਨੂੰ ਬਾਹਰ ਕੱਢ ਕੇ ਸਾਫ਼ ਕਰਕੇ ਅਤੇ ਉਹਦੇ ਵਿੱਚ ਆਪਣੀ ਰੂਹ ਦਾਖਲ ਕਰਕੇ ਇੱਕ ਨਵੀਂ ਜ਼ਿੰਦਗੀ ਹਾਸਲ ਕੀਤੀ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।